ਸਤਿ ਸ਼੍ਰੀ ਅਕਾਲ एवरीवन, ਵੈਲਕਮ ਬੈਕ ਟੂ ਇੰਗਲਿਸ਼ ਕਨੈਕਸ਼ਨ ਵਿਦ ਗੀਤ। ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਸੈਂਟੈਂਸ ਸਟਰਕਚਰ ਤੇ ਸਿੰਟੈਕਸ ਨੂੰ ਇੱਕਦਮ ਰੂਟ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਬਿਨਾਂ ਕੁਝ ਛੱਡੇ ਪੂਰਾ ਕਵਰ ਕਰਾਂਗੇ। ਇਹ ਟੌਪਿਕ ਪੀਪੀਐਸਸੀ ਦੇ ਐਗਜ਼ਾਮ ਦੇ ਵਿੱਚ ਡੈਫੀਨੇਸ਼ਨ ਬੇਸਡ, ਐਗਜ਼ਾਮਪਲ ਬੇਸਡ ਤੇ ਐਰਰ ਸਪੌਟਿੰਗ ਤਿੰਨੋਂ ਤਰ੍ਹਾਂ ਦੇ ਕੁਐਸਚਨ ਦਿੰਦਾ ਹੈ। ਸੋ ਇਸ ਨੂੰ ਧਿਆਨ ਨਾਲ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਬਿਨਾਂ ਦੇਰ ਕੀਤੇ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸੈਂਟੈਂਸ ਦੀ ਇੱਕ ਫਾਰਮਲ ਡੈਫੀਨੇਸ਼ਨ ਨੂੰ ਸਮਝੀਏ। ਇੱਕ ਗ੍ਰਾਮੈਟਿਕਲੀ ਕੰਪਲੀਟ ਯੂਨਿਟ ਜਿਹੜੀ ਕਿ ਕੰਪਲੀਟ ਥਾਟ ਨੂੰ ਐਕਸਪ੍ਰੈਸ ਕਰੇ ਤੇ ਜਿਹਦੇ ਵਿੱਚ ਸਬਜੈਕਟ ਤੇ ਪ੍ਰੈਡੀਕੇਟ ਦੋਨੋਂ ਹੋਣ, ਉਸ ਨੂੰ ਆਪਾਂ ਸੈਂਟੈਂਸ ਕਹਿੰਦੇ ਆ। ਪ੍ਰੈਡੀਕੇਟ ਹੁਣ ਕੀ ਹੁੰਦਾ ਹੈ, ਯਾਨੀ ਕਿ ਜੋ ਕੁਝ ਵੀ ਸਬਜੈਕਟ ਦੇ ਬਾਰੇ ਕਿਹਾ ਜਾ ਰਿਹਾ ਹੈ, ਇਹਦੇ ਵਿੱਚ ਮੋਸਟਲੀ ਵਰਬ ਤੇ ਵਰਬ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ। ਸੈਂਟੈਂਸਿਸ ਨੂੰ ਆਪਾਂ ਦੋ ਤਰੀਕਿਆਂ ਦੇ ਨਾਲ ਕਲਾਸੀਫਾਈ ਕਰ ਸਕਦੇ ਹਾਂ। ਪਹਿਲਾ ਹੈ ਫੰਕਸ਼ਨ ਦੇ ਬੇਸ ਤੇ, ਜਿਸ ਦੇ ਵਿੱਚ ਫਸਟ ਹੈ ਡੈਕਲੇਰੇਟਿਵ ਜੋ ਕਿ ਸਟੇਟਮੈਂਟ ਦਿੰਦਾ ਹੈ, ਜਿਵੇਂ ਸ਼ੀ ਟੀਚਸ ਇੰਗਲਿਸ਼। ਦੂਸਰਾ ਹੈ ਇੰਟੈਰੋਗੇਟਿਵ ਜੋ ਕੁਐਸਚਨ ਪੁੱਟ ਕਰੇ, ਜਿਵੇਂ ਇਜ਼ ਸ਼ੀ ਕਮਿੰਗ। ਤੀਸਰਾ ਹੈ ਇੰਪੈਰਾਟਿਵ ਆਰਡਰ ਜਾਂ ਰਿਕੁਐਸਟ ਦਿੰਦਾ ਹੈ, ਜਿਵੇਂ ਕਲੋਜ਼ ਦ ਡੋਰ। ਤੇ ਐਕਸਕਲਾਮੇਟਰੀ ਸੈਂਟੈਂਸ ਜਿਹੜਾ ਕਿ ਸਡਨ ਸਟਰੋਂਗ ਫੀਲਿੰਗ ਨੂੰ ਐਕਸਪ੍ਰੈਸ ਕਰੇ, ਜਿਵੇਂ ਵਾਟ ਅ ਬਿਊਟੀਫੁਲ ਮਾਰਨਿੰਗ ਇਟ ਇਜ਼। ਇਹ ਜਨਰਲ ਇੰਗਲਿਸ਼ ਸੈਕਸ਼ਨ ਵਾਸਤੇ ਕੰਮ ਆ ਸਕਦੇ ਨੇ, ਪਰ ਜੇ ਆਪਾਂ ਅੱਜ ਦਾ ਅਸਲੀ ਫੋਕਸ ਦੇਖੀਏ ਤਾਂ ਉਹ ਹੈ ਸਟਰਕਚਰ ਦੇ ਬੇਸ ਤੇ ਕਲਾਸੀਫਿਕੇਸ਼ਨ, ਜਿਹੜੀ ਆਪਣੇ ਸਿਲੇਬਸ ਦੇ ਵਿੱਚ ਸਪੈਸੀਫਿਕਲੀ ਲਿਸਟਡ ਹੈ। ਸੋ ਸਭ ਤੋਂ ਪਹਿਲੀ ਟਾਈਪ ਦੇ ਨਾਲ ਸਟਾਰਟ ਕਰਦੇ ਹਾਂ। ਦਾ ਫਰਸਟ ਵਨ ਇਜ਼ ਸਿੰਪਲ ਸੈਂਟੈਂਸ। ਇਹਦੀ ਸਭ ਤੋਂ ਪੱਕੀ ਪਹਿਚਾਣ ਇਹ ਹੈ ਕਿ ਇਹਦੇ ਵਿੱਚ ਸਿਰਫ ਇੱਕ ਹੀ ਫਾਈਨਾਈਟ ਵਰਬ ਹੁੰਦੀ ਹੈ, ਮਤਲਬ ਸਿਰਫ ਇੱਕ ਹੀ ਇੰਡੀਪੈਂਡੈਂਟ ਕਲੌਜ਼ ਹੁੰਦਾ ਹੈ। ਹੁਣ ਸਮਝਣਾ ਜ਼ਰੂਰੀ ਹੈ ਕਿ ਫਾਈਨਾਈਟ ਵਰਬ ਕੀ ਹੈ। ਫਾਈਨਾਈਟ ਵਰਬ ਟੈਂਸ ਦੱਸਦੀ ਹੈ, ਸਬਜੈਕਟ ਦੇ ਨੰਬਰ ਜਾਂ ਪਰਸਨ ਦੇ ਨਾਲ ਅਗਰੀ ਕਰਦੀ ਹੈ, ਬਦਲਦੀ ਹੈ ਤੇ ਇੱਕ ਕੰਪਲੀਟ ਕਲੌਜ਼ ਵੀ ਬਣਾ ਸਕਦੀ ਹੈ। ਜਦਕਿ ਨॉन ਫਾਈਨਾਈਟ ਫਾਰਮਸ ਜਿਵੇਂ ਕਿ ਟੂ ਇਨਫਿਨਿਟਿਵਸ ਜਿਵੇਂ ਟੂ ਗੋ, ਜੈਰੈਂਡ ਜਿਵੇਂ ਗੋਇੰਗ ਤੇ ਪਾਰਟਿਸਿਪਲ ਜਿਵੇਂ ਗੋ ਔਨ, ਇਹ ਕਲੌਜ਼ ਨਹੀਂ ਬਣਦੇ ਕਿਉਂਕਿ ਇਹ ਟੈਂਸ ਨਹੀਂ ਦੱਸਦੇ ਤੇ ਸਬਜੈਕਟ ਦੇ ਨਾਲ ਡਾਇਰੈਕਟਲੀ ਅਗਰੀ ਨਹੀਂ ਕਰਦੇ, ਯਾਨੀ ਇਸ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਹੁਣ ਆਪਾਂ ਐਗਜ਼ਾਮਪਲ ਲਈਏ, ਜਿਵੇਂ ਰਾਮ ਪਲੇਸ ਕ੍ਰਿਕਟ। ਇੱਕ ਸਬਜੈਕਟ ਹੈ, ਇੱਕ ਫਾਈਨਾਈਟ ਵਰਬ ਹੈ, ਇੱਕ ਪ੍ਰੋਪਰ ਸਿੰਪਲ ਸੈਂਟੈਂਸ ਹੈ। ਪਰ ਇੱਕ ਗੱਲ ਵੱਲ ਧਿਆਨ ਦਿਓ, ਜੇ ਮੈਂ ਕਹਾਂ ਤਾਂ tall man wearing a red shirt smiled at the crowd standing near the gate। ਇਹ ਸੈਂਟੈਂਸ ਲੰਬਾ ਲੱਗਦਾ ਹੈ, ਪਰ ਇਹ ਵੀ ਇੱਕ ਸਿੰਪਲ ਸੈਂਟੈਂਸ ਹੀ ਹੈ ਕਿਉਂਕਿ wearing ਤੇ standing ਦੋਨੋਂ ਨॉन ਫਾਈਨਾਈਟ ਪਾਰਟਿਸਿਪਲਸ ਫਾਰਮ ਨੇ ਤੇ ਸਿਰਫ ਇੱਕ ਫਾਈਨਾਈਟ ਵਰਬ ਹੈ, ਦੈਟ ਇਜ਼ smiled। ਇਹ ਕਾਮਨ ਟ੍ਰੈਪ ਹੈ ਜਿੱਥੇ ਆਪਾਂ ਲੰਬੇ ਸੈਂਟੈਂਸਸ ਦੇਖ ਕੇ ਮੋਸਟਲੀ ਘਬਰਾ ਜਾਂਦੇ ਆ, ਕਨਫਿਊਜ਼ ਹੋ ਜਾਂਦੇ ਆ ਤੇ ਇਸ ਨੂੰ ਕੰਪਲੈਕਸ ਸੈਂਟੈਂਸ ਸਮਝ ਲੈਂਦੇ ਆ। ਪਰ ਯਾਦ ਰੱਖਣਾ ਕਿ ਲੈਂਥ ਦਾ ਕਲੌਜ਼ ਕਾਊਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਹੋਰ ਚੀਜ਼ ਹੈ, ਸਬਜੈਕਟ ਦੇ ਵਿੱਚ ਸੈਂਟੈਂਸ ਦੇ ਵਿੱਚ ਦੋ ਸਬਜੈਕਟਸ ਜਾਂ ਦੋ ਵਰਬਸ ਨੇ, ਪਰ ਕਲੌਜ਼ ਇੱਕ ਹੀ ਹੈ, ਤਾਂ ਵੀ ਉਹ ਇੱਕ ਸਿੰਪਲ ਸੈਂਟੈਂਸ ਰਹੇਗਾ। ਜਿਵੇਂ ਰਾਮ ਐਂਡ ਸ਼ਾਮ ਪਲੇ ਕ੍ਰਿਕਟ, ਕੰਪਾਊਂਡ ਸਬਜੈਕਟ ਹੈ ਪਰ ਫਿਰ ਵੀ ਸਿੰਪਲ ਸੈਂਟੈਂਸ ਹੈ। ਸ਼ੀ ਸੈਂਗ ਐਂਡ ਡਾਂਸਡ ਐਟ ਦ ਪਾर्टी, कंपाउंड वर्ब है पर फिर भी सिंपल है। राम एंड श्याम प्ले क्रिकेट एंड हॉकी, दो सब्जेक्ट्स है, दो वर्ब्स है, पर फिर भी सिंपल है क्योंकि कोई भी पार्ट अपने आप दे विच वखरा इंडिपेंडेंट क्लॉज नहीं बन रहा। दूसरी टाइप अपने कोल है कंपाउंड सेंटेंस की। ਇਹਦੇ ਵਿੱਚ ਦੋ ਜਾਂ ਵੱਧ ਇੰਡੀਪੈਂਡੈਂਟ ਕਲੌਜ਼ਸ ਹੁੰਦੇ ਨੇ ਜਿਹੜੇ ਬਰਾਬਰ ਸਟੇਟਸ ਰੱਖਦੇ ਆ ਤੇ ਇਹਨਾਂ ਨੂੰ ਜੋੜਨ ਦੇ ਵਾਸਤੇ ਵੀ ਆਪਾਂ ਨੇ ਕੋਲ ਤਿੰਨ ਤਰੀਕੇ ਹੁੰਦੇ ਨੇ। ਪਹਿਲਾ ਹੈ ਕੋਆਰਡੀਨੇਟਿੰਗ ਕੰਜੰਕਸ਼ਨਸ, ਜਿਨ੍ਹਾਂ ਨੂੰ ਯਾਦ ਰੱਖਣ ਦੇ ਲਈ ਆਪਣੇ ਕੋਲ ਸਭ ਤੋਂ ਈਜ਼ੀਐਸਟ ਵੇ ਹੈ ਫੈਨ ਬॉयਜ਼। ਫੋਰ ਰੀਜ਼ਨ ਦੱਸਦਾ ਹੈ, ਜਿਵੇਂ ਹੀ ਲੈਫਟ अर्ਲੀ ਫੋਰ ਹੀ ਵਾਸ ਟਾਇਰਡ। ਐਂਡ ਐਡੀਸ਼ਨ ਦੱਸਦਾ ਹੈ, ਜਿਵੇਂ ਸ਼ੀ ਸੈਂਗ ਐਂਡ ਹੀ ਡਾਂਸਡ। ਨੌਰ ਨੈਗੇਟਿਵ ਐਡੀਸ਼ਨ ਦੱਸਦਾ ਹੈ, ਜਿਵੇਂ ਹੀ ਡਜ਼ ਨੋਟ ਸਮੋਕ ਨੋਰ ਡਜ਼ ਹੀ ਡਰਿੰਕ। ਬਟ ਕੰਟਰਾਸਟ ਦੱਸਦਾ ਹੈ, ਜਿਵੇਂ ਸ਼ੀ ਇਜ਼ ਰਿਚ ਬਟ ਸ਼ੀ ਇਜ਼ ਅਨਹੈਪੀ। ਔਰ ਚੋਇਸ ਦੱਸਦਾ ਹੈ, ਜਿਵੇਂ ਯੂ ਕੈਨ ਸਟੇ ਔਰ ਯੂ ਕੈਨ ਲੀਵ। ਯਟ ਸਟਰੋਂਗ ਕੰਟਰਾਸਟ ਦੱਸਦਾ ਹੈ, ਜਿਵੇਂ ਹੀ ਇਜ਼ ਓਲਡ ਯਟ ਹੀ ਇਜ਼ ਐਕਟਿਵ। ਤੇ ਸੋ ਰਿਜ਼ਲਟ ਦੱਸਦਾ ਹੈ, ਜਿਵੇਂ ਇਟ ਰੇਨਡ ਸੋ ਵੀ ਸਟੇਡ ਹੋਮ। ਦੂਸਰਾ ਤਰੀਕਾ ਹੈ ਸੈਮੀਕੋਲਨ ਬਿਨਾਂ ਕੰਜੰਕਸ਼ਨ ਦੇ, ਜਿਵੇਂ ਸ਼ੀ ਵਾਸ ਟਾਇਰਡ ਕੋਮਾ ਸੈਮੀਕੋਲਨ ਪਾ ਕੇ ਸ਼ੀ ਸਟਿਲ ਫਿਨਿਸ਼ ਦ ਵਰਕ। ਤੇ ਤੀਜਾ ਤਰੀਕਾ ਹੈ ਕੰਜੰਕਟਿਵ ਐਡਵਰਬ, ਜਿਵੇਂ ਹਾਊਐਵਰ, ਦੇਅਰਫੋਰ, ਮੋਰਓਵਰ, ਇਹਨਾਂ ਦੇ ਨਾਲ, ਜਿਵੇਂ ਹੀ ਵਾਸ ਟਾਇਰਡ ਹਾਊਐਵਰ ਹੀ ਕੰਟੀਨਿਊਡ ਵਰਕਿੰਗ। ਐਗਜ਼ਾਮ ਟਿਪ ਯਾਦ ਰੱਖੋ, ਕੋਆਰਡੀਨੇਟਿੰਗ ਕੰਜੰਕਸ਼ਨ ਦੋ ਇਕੁਅਲ ਕਲੌਜ਼ਸ ਜੋੜਦੇ ਹੈ, ਦੋਨੋਂ ਗ੍ਰਾਮੈਟਿਕਲੀ ਇੰਡੀਪੈਂਡੈਂਟ ਰਹਿੰਦੇ ਨੇ ਤੇ ਇਹਨਾਂ ਨੂੰ ਕੋਆਰਡੀਨੇਸ਼ਨ ਕਹਿੰਦੇ ਨੇ, ਜਿਹੜਾ ਸਬਆਰਡੀਨੇਸ਼ਨ ਤੋਂ ਕਾਫੀ ਵੱਖਰਾ ਹੈ। ਤੀਸਰਾ ਆਪਣੇ ਕੋਲ ਟਾਈਪ ਹੈ ਕੰਪਲੈਕਸ ਸੈਂਟੈਂਸਿਸ, ਜਿਹੜਾ ਐਗਜ਼ਾਮ ਦੇ ਵਿੱਚ ਸਭ ਤੋਂ ਜ਼ਿਆਦਾ ਪੁੱਛਿਆ ਜਾਂਦਾ ਹੈ। ਇਸ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਤੇ ਘੱਟ ਤੋਂ ਘੱਟ ਇੱਕ ਡਿਪੈਂਡੈਂਟ ਕਲੌਜ਼ ਜ਼ਰੂਰ ਹੁੰਦਾ ਹੈ, ਜਿਹੜਾ ਸਬਆਰਡੀਨੇਟਿੰਗ ਕੰਜੰਕਸ਼ਨ ਜਾਂ ਰਿਲੇਟਿਵ ਪ੍ਰੋਨਾਊਨ ਦੇ ਨਾਲ ਸ਼ੁਰੂ ਹੁੰਦਾ ਹੈ, ਜਿਵੇਂ ਬਿਕੋਜ਼, although, though, since, if,
unless, while, when, whenever, after, before, until, as if, so that। ਜਿਵੇਂ although he was tired he finished the race। ਇੱਥੇ although he was tired ਡਿਪੈਂਡੈਂਟ ਕਲੌਜ਼ ਹੈ, ਭਾਵੇਂ ਇਹਦੇ ਵਿੱਚ ਸਬਜੈਕਟ ਹੀ ਤੇ ਫਾਈਨਾਈਟ ਵਰਬ ਵਾਸ ਦੋਨੋਂ ਹੁੰਦੇ ਨੇ, ਪਰ ਫਿਰ ਵੀ ਇਹ ਆਪਣੇ ਆਪ ਕੰਪਲੀਟ ਮੀਨਿੰਗ ਨਹੀਂ ਦਿੰਦਾ, ਕਿਉਂਕਿ although ਇਹਨੂੰ ਮੇਨ ਕਲੌਜ਼ ਤੇ ਡਿਪੈਂਡ ਕਰਵਾ ਦਿੰਦਾ ਹੈ। ਇੱਕ ਜ਼ਰੂਰੀ ਗੱਲ ਕਿ ਡਿਪੈਂਡੈਂਟ ਕਲੌਜ਼ ਸੈਂਟੈਂਸ ਦੇ ਸ਼ੁਰੂ ਵਿੱਚ ਵੀ ਆ ਸਕਦੇ ਨੇ ਤੇ ਅਖੀਰ ਵਿੱਚ ਵੀ। ਬਿਕੋਜ਼ ਸ਼ੀ ਸਟੱਡੀਡ ਹਾਰਡ ਸ਼ੀ ਪਾਸਡ, ਜਾਂ ਸ਼ੀ ਪਾਸਡ ਬਿਕੋਜ਼ ਸ਼ੀ ਸਟੱਡੀਡ ਹਾਰਡ, ਦੋਨੋਂ ਸਹੀ ਹੈ। ਬਸ ਜਦੋਂ ਡਿਪੈਂਡੈਂਟ ਕਲੌਜ਼ ਸ਼ੁਰੂ ਵਿੱਚ ਆਉਂਦਾ ਹੈ ਤਾਂ ਉਸ ਤੋਂ ਬਾਅਦ ਕੋਮਾ ਲੱਗਦਾ ਹੈ, ਜਦੋਂ ਬਾਅਦ ਵਿੱਚ ਆਉਂਦਾ ਹੈ ਤਾਂ ਆਪਾਂ ਉਹਦੇ ਵਿੱਚ ਕੋਮਾ ਨਹੀਂ ਲਗਾਉਂਦੇ। ਫੋਰਥ ਟਾਈਪ ਹੈ ਕੰਪਾਊਂਡ ਕੰਪਲੈਕਸ ਸੈਂਟੈਂਸ। ਘੱਟ ਤੋਂ ਘੱਟ 2 ਇੰਡੀਪੈਂਡੈਂਟ ਕਲੌਜ਼ਸ ਤੇ ਇੱਕ ਡਿਪੈਂਡੈਂਟ ਕਲੌਜ਼ ਹੋਣੇ ਚਾਹੀਦੇ ਆ। ਜਿਵੇਂ ਸ਼ੀ ਸਟੱਡੀਡ ਹਾਰਡ ਐਂਡ ਸ਼ੀ ਪਾਸ ਦ ਐਗਜ਼ਾਮ ਬਿਕੋਜ਼ ਸ਼ੀ ਵਾਂਟਿਡ ਅ ਸਕਾਲਰਸ਼ਿਪ। ਇੱਥੇ 2 ਇੰਡੀਪੈਂਡੈਂਟ ਕਲੌਜ਼ਸ ਨੇ, ਸ਼ੀ ਸਟੱਡੀਡ ਹਾਰਡ ਤੇ ਸ਼ੀ ਪਾਸ ਦ ਐਗਜ਼ਾਮ, ਤੇ ਇੱਕ ਡਿਪੈਂਡੈਂਟ ਕਲੌਜ਼ ਹੈ ਬਿਕੋਜ਼ ਸ਼ੀ ਵਾਂਟਿਡ ਅ ਸਕਾਲਰਸ਼ਿਪ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਆਪਾਂ। although it was raining I went out and I got wet। ਇਹ ਵੀ ਸੇਮ ਐਗਜ਼ਾਮਪਲ ਹੈ। ਹੁਣ ਆਪਾਂ ਚੱਲਦੇ ਹਾਂ ਕਲੌਜ਼ ਸਟਰਕਚਰ ਦੇ ਵੱਲ। ਕਲੌਜ਼ ਦੀ ਡੈਫੀਨੇਸ਼ਨ ਯਾਦ ਰੱਖੋ, ਗਰੁੱਪ ਆਫ ਵਰਡਸ ਜਿਸ ਵਿੱਚ ਸਬਜੈਕਟ ਤੇ ਫਾਈਨਾਈਟ ਵਰਬ ਦੋਨੋਂ ਹੋਣ। ਹਰ ਸੈਂਟੈਂਸ ਵਿੱਚ ਘੱਟੋ ਘੱਟ ਇੱਕ ਇੰਡੀਪੈਂਡੈਂਟ ਜਾਂ ਮੇਨ ਕਲੌਜ਼ ਹੁੰਦਾ ਹੈ ਜਿਹੜਾ ਆਪਣੇ ਆਪ ਵਿੱਚ ਇੱਕ ਕੰਪਲੀਟ ਸੈਂਟੈਂਸ ਬਣ ਸਕਦਾ ਹੈ। ਪਰ ਡਿਪੈਂਡੈਂਟ ਕਲੌਜ਼ਸ 3 ਕਿਸਮ ਦੇ ਹੁੰਦੇ ਨੇ ਉਹਨਾਂ ਦੇ ਫੰਕਸ਼ਨ ਦੇ ਬੇਸ ਤੇ। ਪਹਿਲਾ ਹੈ ਨਾਊਨ ਕਲੌਜ਼, ਜਿਹੜਾ ਸੈਂਟੈਂਸ ਦੇ ਵਿੱਚ ਨਾਊਨ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਇਸ ਦਾ ਰੋਲ ਕਈ ਤਰ੍ਹਾਂ ਦਾ ਹੋ ਸਕਦਾ ਹੈ, ਜਿਵੇਂ ਸਬਜੈਕਟ ਦੇ ਰੂਪ ਵਿੱਚ ਵੀ ਆ ਸਕਦਾ ਹੈ, what she said surprised everyone। ਡਾਇਰੈਕਟ ਆਬਜੈਕਟ ਦੇ ਰੂਪ ਵਿੱਚ ਵੀ ਆ ਸਕਦਾ ਹੈ, ਜਿਵੇਂ I know that he is honest। ਸਬਜੈਕਟ ਕੰਪਲੀਮੈਂਟ ਬਣ ਕੇ ਵੀ ਆ ਸਕਦਾ ਹੈ, ਜਿਵੇਂ the truth is that he lied। ਪ੍ਰੈਪੋਜੀਸ਼ਨ ਦੇ ਆਬਜੈਕਟ ਦੀ ਜਗ੍ਹਾ ਤੇ ਵੀ ਆ ਸਕਦਾ ਹੈ, ਜਿਵੇਂ I am not sure about what he meant। ਤੇ ਕਦੀ ਕਦੀ ਅਪੋਜ਼ਿਟਿਵ ਦੇ ਰੂਪ ਵਿੱਚ ਵੀ ਆ ਸਕਦਾ ਹੈ, ਜਿਵੇਂ the fact that he lied bothers me। ਨਾਊਨ ਕਲੌਜ਼ਸ ਸ਼ੁਰੂ ਹੁੰਦੇ ਨੇ that, what, who, whom, whose, which, whether, if, why, how, when, where, ਇਹਨਾਂ ਸਭ ਤੋਂ ਜਦੋਂ ਨਾਊਨ ਰੋਲ ਵਿੱਚ ਵਰਤੇ ਜਾਂਦੇ ਨੇ। ਦੂਸਰਾ ਹੈ ਐਡਜੈਕਟਿਵ ਕਲੌਜ਼, ਜਿਹਨੂੰ ਰਿਲੇਟਿਵ ਕਲੌਜ਼ ਵੀ ਕਹਿੰਦੇ ਨੇ, ਜਿਹੜਾ ਕਿਸੇ ਨਾਊਨ ਜਾਂ ਪ੍ਰੋਨਾਊਨ ਨੂੰ ਮੋਡੀਫਾਈ ਕਰਦਾ ਹੈ ਤੇ ਰਿਲੇਟਿਵ pronoun who, whom, whose, which, that ਜਾਂ relative adverb where, when, why ਨਾਲ ਸ਼ੁਰੂ ਹੁੰਦਾ ਹੈ। ਜਿਵੇਂ the book that I bought is interesting ਜਾਂ this is the house where I was born। ਹੁਣ ਇੱਕ ਇੰਪੋਰਟੈਂਟ ਬਹੁਤ ਡਿਸਟਿੰਕਸ਼ਨ ਹੈ ਰਿਸਟ੍ਰਿਕਟਿਵ ਤੇ ਨਾਨ ਰਿਸਟ੍ਰਿਕਟਿਵ ਕਲੌਜ਼ਸ। ਰਿਸਟ੍ਰਿਕਟਿਵ ਜਾਂ ਡਿਫਾਈਨਿੰਗ ਕਲੌਜ਼ ਸੈਂਟੈਂਸ ਦੇ ਮੀਨਿੰਗ ਵਾਸਤੇ ਜ਼ਰੂਰੀ ਹੁੰਦੇ ਨੇ, ਇਨਫੋਰਮੇਸ਼ਨ ਨੂੰ ਲਿਮਿਟ ਕਰਦੇ ਨੇ ਤੇ ਇਹਦੇ ਨਾਲ ਕੋਮਾ ਨਹੀਂ ਲੱਗਦਾ। ਜਿਵੇਂ ਸਟੂਡੈਂਟਸ who study hard succeed, ਮਤਲਬ ਸਿਰਫ ਉਹਨਾਂ ਸਟੂਡੈਂਟਸ ਦੀ ਗੱਲ ਕਰਦੇ ਪਏ ਆ ਜਿਹੜੇ ਸਟੱਡੀ ਕਰਦੇ ਆ, ਸਾਰੇ ਸਟੂਡੈਂਟਸ ਦੀ ਗੱਲ ਨਹੀਂ ਹੋ ਰਹੀ। ਨਾਨ ਰਿਸਟ੍ਰਿਕਟਿਵ ਜਾਂ ਨਾਨ ਡਿਫਾਈਨਿੰਗ ਕਲੌਜ਼ ਐਕਸਟਰਾ ਨਾਨ ਅਸੈਂਸ਼ੀਅਲ ਇਨਫੋਰਮੇਸ਼ਨ ਦਿੰਦੇ ਨੇ ਤੇ ਕੋਮਾ ਲੱਗਦਾ ਹੈ, ਜਿਵੇਂ ਮਾਈ ਬ੍ਰਦਰ ਹੂ ਲਿਵਸ ਇਨ ਦਿੱਲੀ ਇਜ਼ ਅ ਡਾਕਟਰ। ਮਤਲਬ ਸਪੀਕਰ ਦਾ ਸਿਰਫ ਇੱਕ ਹੀ ਬ੍ਰਦਰ ਹੈ ਤੇ ਹੂ ਲਿਵਸ ਇਨ ਦਿੱਲੀ, ਸਿਰਫ ਐਕਸਟਰਾ ਇਨਫੋ ਹੈ। ਇੱਕ ਹੋਰ ਚੀਜ਼, ਜਦੋਂ ਰਿਲੇਟਿਵ ਪ੍ਰੋਨਾਊਨ ਆਬਜੈਕਟ ਦੇ ਰੂਪ ਵਿੱਚ ਕੰਮ ਕਰ ਰਿਹਾ ਹੋਵੇ ਉਸਨੂੰ ਛੱਡਿਆ ਵੀ ਜਾ ਸਕਦਾ ਹੈ, ਜਿਵੇਂ ਦ ਬੁੱਕ ਦੈਟ ਆਈ ਬੌਟ ਇਜ਼ ਇੰਟਰਸਟਿੰਗ। ਇੱਥੇ ਦੈਟ ਆਪਸ਼ਨਲ ਹੈ। ਤੀਜਾ ਹੈ ਐਡਵਰਬ ਕਲੌਜ਼, ਜਿਹੜਾ ਵਰਬ ਐਡਜੈਕਟਿਵ ਜਾਂ ਪੂਰੇ ਕਲੌਜ਼ ਨੂੰ ਮੋਡੀਫਾਈ ਕਰਦਾ ਹੈ ਤੇ ਮੀਨਿੰਗ ਦੇ ਹਿਸਾਬ ਦੇ ਨਾਲ ਕਈ ਟਾਈਪਸ ਦੀ ਹੁੰਦਾ, ਜਿਵੇਂ ਟਾਈਮ ਵਾਸਤੇ ਵੈਨ, ਵਾਈਲ, ਬਿਫੋਰ, ਆਫਟਰ, ਸਿੰਸ, ਜਿਵੇਂ ਸ਼ੀ ਲੈਫਟ ਵੈਨ ਦ ਬॉल ਰੈਂਗ। ਪਲੇਸ ਵਾਸਤੇ ਜਿਵੇਂ ਵੇਅਰ, ਵੇਅਰ ਐਵਰ, ਜਿਵੇਂ ਸਿਟ ਵੇਅਰ ਐਵਰ ਯੂ ਲਾਈਕ। ਰੀਜ਼ਨ ਵਾਸਤੇ ਬਿਕੋਜ਼, ਸਿੰਸ, ਐਜ਼, ਜਿਵੇਂ ਹੀ ਫੇਲਡ ਬਿਕੋਜ਼ ਹੀ ਡਿਡ ਨਾਟ ਸਟੱਡੀ। ਕੰਡੀਸ਼ਨ ਵਾਸਤੇ ਇਫ, ਅਨਲੈਸ, provided that, ਜਿਵੇਂ if it rains we will stay home। ਕੰਸੈਸ਼ਨ ਜਾਂ ਕੰਟਰਾਸਟ ਵਾਸਤੇ although, though, even if, ਜਿਵੇਂ although tired she smiled। ਪਰਪਸ ਵਾਸਤੇ ਜਿਵੇਂ so that, in order that, ਜਿਵੇਂ he worked hard so that he could pass। ਮੈਨਰ ਵਾਸਤੇ as if, as though, ਜਿਵੇਂ she acted as if nothing happened। ਰਿਜ਼ਲਟ ਵਾਸਤੇ so that, ਜਿਵੇਂ he was so tired that he slept instantly। ਤੇ ਕੰਪੈਰੀਜ਼ਨ ਵਾਸਤੇ ਜਿਵੇਂ as then, ਜਿਵੇਂ she is taller than he is। ਇਹ ਸਾਰੀ ਲਿਸਟ ਯਾਦ ਰੱਖਣਾ ਮੁਸ਼ਕਿਲ ਲੱਗਦਾ ਹੈ, ਪਰ ਬਸ ਇਹ ਸਮਝੋ ਕਿ ਹਰ ਐਡਵਰਬ ਕਲੌਜ਼ ਇੱਕ ਕੁਐਸਚਨ ਦਾ ਜਵਾਬ ਦਿੰਦਾ ਹੈ, ਕਦੋਂ, ਕਿੱਥੇ, ਕਿਉਂ, ਕੀ। ਸਟਾਰਟ ਸ਼ਰਤ ਹੈ ਕਿ ਕੀ ਤਰੀਕੇ ਦੇ ਨਾਲ ਤੇ ਮੁਕਾਬਲੇ ਦੇ ਵਿੱਚ। ਹੁਣ ਗੱਲ ਕਰਦੇ ਹਾਂ ਫਰੇਜ਼ ਸਟਰਕਚਰ ਦੀ। ਫਰੇਜ਼ ਵੀ ਗਰੁੱਪ ਆਫ ਵਰਡਸ ਹੁੰਦਾ ਹੈ, ਪਰ ਇਹਦੇ ਵਿੱਚ ਸਬਜੈਕਟ ਵਰਬ ਕੰਬੀਨੇਸ਼ਨ ਨਹੀਂ ਹੁੰਦਾ, ਉਹ ਸਿਰਫ ਇੱਕ ਗ੍ਰਾਮੈਟੀਕਲ ਯੂਨਿਟ ਵਾਂਗ ਕੰਮ ਕਰਦਾ ਹੈ। ਨਾਊਨ ਫਰੇਜ਼ ਜਿਵੇਂ ਦ ਟਾਲ ਓਲਡ ਬਿਲਡਿੰਗ,
वर्ब फ्रेज जिमें हैज़ बीन वर्किंग हार्ड, एडवर्ब एडजेक्टिव फ्रेज जिमें वेरी काइंड टू एवरीवन, एडवर्ब फ्रेज जिमें क्वाइट स्लोली, प्रपोजिशनल फ्रेज जिमें ऑन द ओल्ड वुडन टेबल। फिर आने आ कुछ खास स्पैशल फ्रेजेस ते जिमें इनफिनिटिव फ्रेज जिमें टू विन द रेस, ਜਿਹੜਾ ਨਾउन एडजेक्टिव या एडवर्ब वांग काम कर सकता है। जैरन फ्रेज जिमें स्विमिंग इन द लेक, ਜਿਹੜਾ ਨਾउन वांग काम कर सकता है। पार्टिसिपल फ्रेज जिमें रनिंग फास्ट, ही वॉन द रेस, ਜਿਹੜਾ एडजेक्टिव वांग काम कर सकता है। तो दो होर इंपॉर्टेंट टाइप्स, एब्सोल्यूट फ्रेज जिमें वैदर परमिटिंग वी विल गो, ਜਿਹੜਾ पूरे सेंटेंस ਨੂੰ मॉडिफाई करता है। तो पॉजिटिव फ्रेज जिमें माई फ्रेंड अ डॉक्टर हेल्प मी, ਜਿਹੜਾ ਕਿਸੇ ਨਾउन ਨੂੰ ਰੀਨੇਮ ਜਾਂ ਆਇਡੈਂਟੀਫਾਈ ਕਰ ਸਕਦਾ ਹੈ। ਹੁਣ ਸਭ ਤੋਂ ਕਾਮਨ ਕਨਫਿਊਜ਼ਨ ਵਾਲਾ ਆਉਂਦੇ ਆ ਕਲੌਜ਼ ਤੇ ਫਰੇਜ਼ ਦੇ ਵਿੱਚ ਫਰਕ। ਯਾਦ ਰੱਖੋ ਕਲੌਜ਼ ਵਿੱਚ ਸਬਜੈਕਟ ਪਲੱਸ ਫਾਈਨਾਈਟ ਵਰਬ ਹੁੰਦਾ ਹੈ, ਪਰ ਫਰੇਜ਼ ਦੇ ਵਿੱਚ ਕੋਈ ਸਬਜੈਕਟ ਵਰਬ ਕੰਬੀਨੇਸ਼ਨ ਨਹੀਂ ਹੁੰਦਾ। ਦੋ ਐਗਜ਼ਾਮਪਲ ਪੇਅਰਸ ਨਾਲ ਸਮਝੋ ਇਹਨੂੰ। ਪਹਿਲਾ ਪੇਅਰ ਰਨਿੰਗ ਕੁਇਕਲੀ ਸ਼ੀ ਕੌਟ ਦ ਬੱਸ। ਇੱਥੇ ਰਨਿੰਗ ਕੁਇਕਲੀ ਇੱਕ ਪਾਰਟਿਸਿਪਲ ਫਰੇਜ਼ ਹੈ ਕਿਉਂਕਿ ਨਾ ਕੋਈ ਸਬਜੈਕਟ ਹੈ ਨਾ ਕੋਈ ਫਾਈਨਾਈਟ ਵਰਬ ਹੈ, ਪਰ ਐਜ਼ ਸ਼ੀ ਰੇਨ ਕੁਇਕਲੀ she caught the bus, ਇੱਥੇ as she ran quickly ਇੱਕ adverb clause ਹੈ ਕਿਉਂਕਿ subject she ਤੇ finite verb ran ਦੋਨੋਂ ਨੇ। ਦੂਸਰਾ ਪੇਅਰ to win the race was her only goal, ਇੱਥੇ to win the race ਇੱਕ infinitive phrase ਹੈ noun role ਵਿੱਚ, ਕੋਈ subject verb ਨਹੀਂ ਹੈ, ਪਰ that she won the race surprised everyone, ਇੱਥੇ that she won the race ਇੱਕ noun clause ਹੈ ਕਿਉਂਕਿ subject she ਤੇ finite verb won ਦੋਨੋਂ ਹੈ। ਚਲੋ ਹੁਣ ਆਖਰੀ ਟੌਪਿਕ ਦੇ ਵੱਲ, word order ਤੇ सेंटेंस पैटर्न। इंग्लिश एक फिक्सड वर्ड ऑर्डर फॉलो करती है क्योंकि यह एक एनालिटिक लैंग्वेज है। पंजाबी ते हिंदी इनफ्लैक्टेड या सिंथेटिक लैंग्वेजेस ने जिथे केस एंडिंग ते पोस्ट पोजीशन के कारण ऑर्डर फ्लैक्सीबल हो सकता है, पर इंग्लिश विच बेसिक ऑर्डर हमेशा हुंदा है जिवें सब्जेक्ट वर्ब ऑब्जेक्ट SVO। ट्रैडिशनल ग्रामर विच 5 बेसिक सेंटेंस पैटर्न क्लासेस अपन नूं दस्से गए ने। पहला है सब्जेक्ट प्लस वर्ब इन ट्रांजिटिव जिमें बर्ड्स फ्लाई। दूसरा है सब्जेक्ट वर्ब ऑब्जेक्ट ट्रांजिटिव जिमें शी रीड्स बुक। तीसरा है सब्जेक्ट वर्ब कॉम्पलीमेंट जिथे लिंकिंग वर्ब होंदी है तो कॉम्पलीमेंट सब्जेक्ट नू डिस्क्राइब करता है जिमें शी इज़ इंटैलीजेंट। चौथा सब्जेक्ट वर्ब इनडायरैक्ट ऑब्जेक्ट डायरैक्ट ऑब्जेक्ट डाइट्रांसिटिव जिमें ही गेव हर अ गिफ्ट। तो पंजवां सब्जेक्ट वर्ब ऑब्जेक्ट कॉम्पलीमेंट जिथे कॉम्पलीमेंट ऑब्जेक्ट नू डिस्क्राइब करता है जिमें दे मेड हिम कैप्टन। कुछ जगह तो इंग्लिश SVO ऑर्डर तो हट भी जाती है क्वेश्चन बनाने वेले, जिमें इज शी कमिंग, इत्थे ऑक्सिलरी जी सब्जेक्ट तो पहला आ गई है, इनू इनवर्जन भी कहते हैं। नैगेटिव फ्रंटिंग वास्ते जिमें नैवर हैव आई सीन सच करेज, नैगेटिव वर्ड शुरू में आ गया है, इनवर्जन करवा देता है। एम्फसिस वास्ते फ्रंटिंग होंदी है जिमें दिस आई कैन नॉट एक्सैप्ट। एग्जिस्टेंशियल देयर वास्ते सेंटेंसिस भी होंगे ने जिमें देयर इज़ अ बुक ऑन द टेबल जिथे देयर एक डमी सबजैक्ट होंदा है, असली मीनिंग नहीं रखता। तो क्लेफ्ट सेंटेंसिस भी एम्फसिस वास्ते वरते जाते हैं। इट वॉज रॉम हू ब्रॉक द विंडो। हुण एक इंपॉर्टेंट एग्जाम पॉइंट है कि इंडियन इंग्लिश वर्सेस स्टैंडर्ड इंग्लिश की फ़र्क है। पंजाबी ते हिंदी विच बेसिक ऑर्डर SOV हुंदा है, सब्जेक्ट ऑब्जेक्ट वर्ब। यही कारण है कि कई बारी इंग्लिश बोलण लई वेले असी इंटरफेरेंस एरर कर दिंदे हाँ। गलत होएगा आई टू मार्केट वेंट, सही की होएगा आई वेंट टू द मार्केट। गलत होएगा ही इंग्लिश स्पीक्स, सही की होएगा ही स्पीक्स इंग्लिश वेल। गलत होएगा शी अ लेटर इज़ राइटिंग, सही होएगा शी इज़ राइटिंग अ लेटर। आई माई होमवर्क हैव फिनिश्ड, गलत है आई हैव फिनिश्ड माई होमवर्क, सही है। ये टाइप जी है एरर स्पॉटिंग या करैक्शन क्वेश्चन PPSC के पेपर में बहुत कॉमन ने। एक्चुअली पैटर्न इसलिए चेता रखना बहुत इंपॉर्टेंट है। चलो हम एक बार आप क्विकली रिवाइज कर लें। सिंपल सेंटेंस विच तो इंडिपेंडेंट क्लॉज की हुंदा है, सिर्फ एक फाइनाइट वर्ब। कंपाउंड सेंटेंस विच 2 या वध डिपेंडेंट क्लॉजेज होंदे ने, फैन बॉयज़ या सैमी कॉलन्स के नाल जुड़े होंदे ने। कंपलैक्स सेंटेंस विच एक इंडिपेंडेंट तो एक डिपेंडेंट क्लॉज होंदा है, सबऑर्डिनेटिंग कंजंक्शन या रिलेटिव प्रनाउन के नाल। आप कंपाउंड तो कंपलैक्स दोनों का मिक्सचर है। तो नाउन क्लॉज नाउन वांग काम करते हैं, सब्जेक्ट ऑब्जेक्ट या कॉम्पलीमेंट। एडजेक्टिव क्लॉज नाउन नू मॉडिफाई करते हैं रिस्ट्रिक्टिव होके या फिर नॉन रिस्ट्रिक्टिव होके। एडवर्ब क्लॉज वर्ब या क्लॉज नू मॉडिफाई करते हैं। 9 तरह के मीनिंग के नाल फ्रेज विच कोई सब्जेक्ट वर्ब नहीं हुंदा। नाउन वर्ब इनफिनिटिव जैरेंट पार्टिसिपल एब्सोल्यूट ऑपोजिटिव ते सब टाइप्स ने।
ਤੇ ਸਟੈਂਡਰਡ ਇੰਗਲਿਸ਼ ਦਾ ਫਿਕਸ ਜਿਹੜਾ ਆਰਡਰ SVO ਹੁੰਦਾ ਹੈ, ਜਦਕਿ ਇੰਡੀਅਨ ਇੰਗਲਿਸ਼ ਵਿੱਚ SOV ਇੰਟਰਫੇਰੈਂਸ ਕਾਮਨ ਹੈ। ਤੇ ਚਲੋ ਹੁਣ ਪ੍ਰੈਕਟਿਸ ਕੁਐਸਚਨ ਕਰ ਲਈਏ। ਐਗਜ਼ਾਮ ਸਟਾਈਲ ਵਿੱਚ ਪਹਿਲਾ ਸਵਾਲ ਹੈ, ਦ ਮੈਨ ਹੂ ਇਜ਼ ਸਟੈਂਡਿੰਗ ਦੇਅਰ ਇਜ਼ ਮਾਈ ਟੀਚਰ। ਅੰਡਰਲਾਈਨਡ ਕਲੌਜ਼ ਕਿਹੜੀ ਟਾਈਪ ਦਾ ਹੈ? The right answer is adjective clause. Second question, whoever comes first will get the prize. Whoever comes first ਕਿਹੜਾ clause ਹੈ? Noun clause, क्योंकि ये sentence ਦਾ subject ਬਣ ਰਿਹਾ ਹੈ। Third question is सही SVO order ਕਿਹੜਾ ਹੈ? I go to school daily या I to school go daily। सही है I go to school daily। Fourth is having finished her homework she went out to play। Having finished her homework ਕਿਹੜਾ है? सही जवाब है participle phrase। Fifth question, he went to the market and he bought vegetables because his mother had asked him to। ये sentence का किहड़ा type है? The right answer is compound complex। Sixth is my brother who lives in Canada called me yesterday। ये clause किहड़ा है? The right answer is non-restrictive adjective clause। Seventh question, they made him captain। ये किहड़ा pattern है? सही जवाब है subject verb object complement। Eighth question, swimming in the lake is fun। ये किहड़ा phrase है? The answer is gerund phrase। Ninth question, she a letter is writing ਨੂੰ correct करो। सही की होएगा? She is writing a letter। And the 10th question is there is a book on the table। इथे there की है? The answer is dummy या existential subject। So फ्रेंड्स इत्थे आपां सेंटेंस स्ट्रक्चर सिंटैक्स का सब तो कंप्लीट कवरेज सेंटेंस टाइप तो लैके क्लॉज स्ट्रक्चर फ्रेज स्ट्रक्चर ते वर्ड ऑर्डर तक एक एक एरिया कवर कर लिया है बिना कुछ छड्डे। अगला वीडियो होएगा नैक्सट अपनी सिंटैक्स का जो बाकी पेंडिंग वर्क रहिंदा सी उहदे उपर। सो अगर वीडियो पसंद आया होवे तो लाइक जरूर करियो, अपने डाउट्स कॉमेंट में जरूर लिखियो ते चैनल ਨੂੰ सबसक्राइब करना बिल्कुल नहीं भुल्लियो अगर नहीं कीता होया तां। सो मिलते हैं आप नैक्सट वीडियो तक, तद तक कीप लर्निंग कीप ग्रोइंग। थैंक यू सो मच फॉर वॉचिंग।